ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ 8ਵਾਂ ਅਧਿਆਇ ਭਾਗ 1 ਰਲਿਆ ਮਿਲਿਆ ਸੱਭਿਆਚਾਰ। ਇਸ ਅਧਿਆਇ ਵਿੱਚ ਪੰਜਾਬੀ ਸੱਭਿਆਚਾਰ ਦੇ ਉਸ ਹਿੱਸੇ ਬਾਰੇ ਕਿਹਾ ਜਾ ਰਿਹਾ ਹੈ ਜੋ ਬਹੁਤ ਅਹਿਮ ਅਤੇ ਰਲਿਆ ਮਿਲਿਆ ਜ਼ਰੂਰੀ ਅੰਗ ਹੈ। ਭਾਵੇਂ ਇਸ ਅਧਿਆਇ ਵਿੱਚ ਕਹੇ ਗਏ ਸਾਰੇ ਸਾਧਨ ਇਸ ਵੇਲੇ ਲਗਭਗ ਅਲੋਪ ਹੋ ਗਏ ਨੇ, ਫਿਰ ਵੀ ਉਹਨਾਂ ਦੇ ਨਾਂ ਤਾਂ ਬਾਕੀ ਨੇ ਅਤੇ ਉਮੀਦ ਕੀਤੀ ਜਾਂਦੀ ਕਿ ਇਹਨਾਂ ਦੇ ਨਾਂ ਅਗਾਂਹ ਵੀ ਲੰਮਾ ਸਮਾਂ ਸਾਡੇ ਲੋਕ ਗੀਤਾਂ ਦਾ ਸ਼ਿੰਗਾਰ ਬਣੇ ਰਹਿਣਗੇ। ਇਹ ਨਾਂ ਨੇ ਚਰਖਾ, ਤਰਿੰਜਣ, ਫੁਲਕਾਰੀ, ਪੱਖੀ, ਤੰਦੂਰ, ਗੁਹਾਰੇ, ਦਾਣੇ ਭੁੰਨੇ, ਚਿੱਠੀਆਂ ਲਿਖਣੀਆਂ, ਕਪਾਹ ਵੇਲਣ ਵਾਲੇ ਵੇਲਣੇ, ਕੁੜੀਆਂ ਦੇ ਹੱਥਾਂ ਵਿੱਚ ਹੁਨਰ ਯਾਨੀ ਕਲਾ ਅਤੇ ਪਹਿਲੇ ਹੋਰ ਉਪਕਰਨ। ਚਰਖਾ ਪਿੱਤਲ ਦੀਆਂ ਗੋਲ ਅਤੇ ਲੰਮੀਆਂ ਸੁੰਦਰ ਚਮਕਦੀਆਂ ਪੱਤੀਆਂ, ਬਹੁਤ ਸੁੰਦਰ ਕੋਕਿਆਂ ਅਤੇ ਕੌਡੀਆਂ ਦੇ ਹਾਰਾਂ ਨਾਲ ਸਜਾਏ ਹੋਏ ਟਾਹਲੀ ਦੀ ਨਰੋਲ ਕਾਲੀ ਅਤੇ ਮਜ਼ਬੂਤ ਲੱਕੜੀ ਦੇ ਬਣੇ ਹੋਏ ਚਰਖੇ ਨੂੰ ਵਿਆਹੁਤਾ ਮੁਟਿਆਰ ਆਪਣੇ ਪੇਕਿਆਂ ਤੋਂ ਸੰਦੂਕ ਅਤੇ ਪੀੜੀ ਸਮੇਤ ਸਾਰੇ ਸਾਧਨਾਂ ਨੂੰ ਮੁਕਲਾਵੇ ਵੇਲੇ ਬਹੁਤ ਹੀ ਚਾਵਾਂ ਮਲਾਰਾਂ ਨਾਲ ਸਹੁਰੇ ਘਰ ਲੈ ਕੇ ਆਉਂਦੀ ਹੁੰਦੀ ਸੀ। ਉਸ ਵੇਲੇ ਚਰਖਾ, ਪੀੜੀ ਅਤੇ ਸੰਦੂਕ ਤਾਜ਼ੀ ਹੀ ਕੀਤੀ ਵਾਰਨਸ ਨਾਲ ਚਮਕਾਰੇ ਮਾਰਦੇ, ਸ਼ਿੰਗਾਰੇ ਅਤੇ ਫੁੱਲਾਂ ਨਾਲ ਸਜਾਏ ਹੋਣ ਕਰਕੇ ਬਹੁਤ ਹੀ ਸੁੰਦਰ ਲੱਗਦੇ ਹੁੰਦੇ ਸਨ, ਜਿਨ੍ਹਾਂ ਨੂੰ ਦੇਖ ਕੇ ਵਿਆਹੁਤਾ ਅਤੇ ਪਰਿਵਾਰ ਵਾਲਿਆਂ ਵੱਲੋਂ ਚਾਅ ਨਹੀਂ ਸੀ ਸਾਂਭਿਆ ਜਾਂਦਾ। ਉਹ ਆਪ ਤਾਂ ਸੁੰਦਰ ਹੁੰਦੇ ਹੀ ਸਨ, ਸਗੋਂ ਉਸ ਘਰ ਨੂੰ ਵੀ ਸੁੰਦਰ ਬਣਾ ਕੇ ਭਾਗਾਂ ਵਾਲਾ ਘਰ ਬਣਾ ਦਿੰਦੇ ਹੁੰਦੇ ਸਨ। ਚਰਖੇ ਦੇ ਇਤਿਹਾਸ ਬਾਰੇ ਪੜ੍ਹਨ ਨੂੰ ਮਿਲਦਾ ਹੈ ਕਿ ਇਹ ਬਗਦਾਦ ਵਿੱਚ ਪਹਿਲੋਂ 13ਵੀਂ ਸਦੀ ਵੇਲੇ, ਫਿਰ ਚੀਨ ਵਿੱਚ ਅਤੇ ਯੂਰਪ ਵਿੱਚ ਹੋਂਦ ਵਿੱਚ ਆਇਆ ਸੀ। ਉਸ ਤੋਂ ਮਗਰੋਂ ਭਾਰਤ ਵਿੱਚ ਆਇਆ ਸੀ ਅਤੇ ਪੰਜਾਬੀ ਮੁਟਿਆਰਾਂ ਦੇ ਵਿਆਹ ਵੇਲੇ ਦਾਜ ਦਾ ਮੁੱਖ ਹਿੱਸਾ ਬਣਿਆ। ਇਹ ਪੰਜਾਬੀ ਸੱਭਿਆਚਾਰ ਦਾ ਸਰਵੋਤਮ ਚਿੰਨ੍ਹ ਹੁੰਦਾ ਹੈ। ਕਿਸੇ ਵੇਲੇ ਚਰਖਾ ਵਿਆਹੁਤਾ ਮੁਟਿਆਰਾਂ ਦੀ ਜਿੰਦ ਜਾਨ ਹੁੰਦਾ ਸੀ। ਚਰਖੇ ਦੀ ਕੂਕਰ ਬਹੁਤ ਦੂਰ ਤੱਕ ਸੁਣਦੀ ਅਤੇ ਬਹੁਤ ਹੀ ਪਿਆਰੀ ਲੱਗਦੀ ਹੁੰਦੀ ਸੀ। ਚਰਖੇ ਦੀ ਬਣਾਵਟ ਚਰਖੇ ਦੀਆਂ ਵੱਡੀਆਂ ਅਤੇ ਖੜੀਆਂ ਦੋ ਮੁੰਨੀਆਂ ਦੇ ਵਿਚਕਾਰ ਗੋਲ ਬੈੜ, ਜਿਸ ਦੇ ਦੋ ਹਿੱਸਿਆਂ ਨੂੰ ਮਜ਼ਬੂਤ ਧਾਗੇ ਨਾਲ ਪਿੜੀਆਂ ਪਾ ਕੇ ਅਤੇ ਖਿੱਚ ਕੇ ਆਪਸ ਵਿੱਚ ਜੋੜਿਆ ਹੋਇਆ ਹੁੰਦਾ ਹੈ, ਆਪਣੇ ਧੁਰੇ ਰਾਹੀਂ ਹੱਥੀ ਨੂੰ ਘੁਮਾਉਣ ਨਾਲ ਘੁੰਮਦਾ ਹੈ। ਹੱਥੀ ਉਸ ਦੇ ਧੁਰੇ ਨਾਲ ਜੋੜੀ ਹੋਈ ਹੋਣ ਕਰਕੇ ਉਸ ਨੂੰ ਘੁਮਾਉਂਦੀ ਹੈ। ਬੈੜ ਦੇ ਘੁੰਮਣ ਨਾਲ ਉਸ ਦੇ ਉੱਪਰ ਵਾਲੀ ਮਜ਼ਬੂਤ ਧਾਗੇ ਵਾਲੀ ਮਾਹਲ ਅਗਲੀਆਂ ਹੋਰ 3 ਛੋਟੀਆਂ ਮੁੰਨੀਆਂ ਵਿੱਚੋਂ ਵਿਚਕਾਰਲੀ ਅਤੇ ਲੰਬੀ ਉੱਚੀ ਮੁੰਨੀ ਦੇ ਵਿੱਚੋਂ ਦੀ ਹੋ ਕੇ 2 ਚਰਮਖਾਂ ਦੇ ਵਿੱਚ ਦੀ ਲੰਘਾਏ ਤਕਲੇ ਨੂੰ ਵੀ ਨਾਲ ਘੁਮਾ ਦਿੰਦੀ ਹੈ। ਦੋਵੇਂ ਸਲਵਾੜ ਦੇ ਕਾਨਿਆਂ ਦੀਆਂ ਛਿਲਤਾਂ ਤੋਂ ਬਣੀਆਂ ਚਰਮਖਾਂ 3 ਮੁੰਨੀਆਂ ਵਿੱਚੋਂ ਬਾਹਰਲੀਆਂ ਅਤੇ ਛੋਟੀਆਂ 2 ਮੁੰਨੀਆਂ ਦੇ ਛੇਕਾਂ ਵਿੱਚ ਪਰਸਾਈਆਂ ਹੋਈਆਂ ਹੁੰਦੀਆਂ ਹਨ। ਦੋਵੇਂ ਵੱਡੀਆਂ ਮੁੰਨੀਆਂ ਅਤੇ ਛੋਟੀਆਂ 3 ਮੁੰਨੀਆਂ ਹਵਾਈ ਜਹਾਜ਼ ਵਾਲੇ ਰੂਪ ਵਿੱਚ ਲੱਕੜੀ ਦੇ ਬਣੇ ਆਧਾਰ ਯਾਨੀ ਚੌਖਟੇ ਉੱਤੇ ਫਿੱਟ ਕੀਤੀਆਂ ਹੁੰਦੀਆਂ ਹਨ। ਚਰਖਾ ਰੂੰ ਦੀਆਂ ਬਣੀਆਂ ਪੂਣੀਆਂ ਤੋਂ ਤੰਦ ਯਾਨੀ ਧਾਗਾ ਕਿਵੇਂ ਬਣਾਉਂਦਾ ਹੈ? ਜਦੋਂ ਕੋਈ ਚੁਸਤ ਜਿਹੀ ਮੁਟਿਆਰ ਆਪਣੇ ਸੱਜੇ ਹੱਥ ਨਾਲ ਚਰਖੇ ਦੀ ਹੱਥੀ ਨੂੰ ਘੁਮਾਉਂਦੀ ਹੁੰਦੀ ਹੈ ਤਾਂ ਉਸ ਨਾਲ ਬੈੜ ਵੀ ਘੁੰਮਦਾ ਹੋਇਆ ਆਪਣੀ ਮਾਲਾ ਨਾਲ ਲੋਹੇ ਦੇ ਤਕਲੇ ਨੂੰ ਬਹੁਤ ਤੇਜ਼ ਘੁਮਾ ਦਿੰਦਾ ਹੈ। ਜਦੋਂ ਮੁਟਿਆਰ ਆਪਣੇ ਖੱਬੇ ਹੱਥ ਵਿੱਚ ਫੜੀ ਰੂੰ ਦੀ ਪੂਣੀ ਨੂੰ ਗਲੋਟੇ ਨਾਲ ਜੋੜ ਕੇ ਪਿਛਾਂ ਖਿੱਚਦੀ ਹੈ ਤਾਂ ਤੇਜ਼ ਘੁੰਮਦਾ ਲੋਹੇ ਦਾ ਤਕਲਾ ਗਲੋਟੇ ਤੋਂ ਪੂਣੀ ਨਾਲ ਪਿਛਾਂ ਖਿੱਚੇ ਹੋਏ ਰੂੰ ਦੇ ਰੇਸ਼ਿਆਂ ਨੂੰ ਵੱਟ ਚੜ੍ਹ ਕੇ ਤੰਦ ਬਣਾਈ ਜਾਂਦਾ ਹੈ, ਜਿਸ ਕਰਕੇ ਉਹ ਤੰਦ ਟੁੱਟਦਾ ਨਹੀਂ, ਸਗੋਂ ਵੱਟ ਚੜ੍ਹ ਕੇ ਲੰਬਾ ਤੰਦ ਬਣ ਜਾਂਦਾ ਹੈ। ਤੰਦ ਲੰਬਾ ਬਣਦੇ ਸਾਰ ਹੁਨਰਮੰਦ ਮੁਟਿਆਰ ਹੁਸ਼ਿਆਰੀ ਨਾਲ ਇੱਕਦਮ ਸੱਜੇ ਹੱਥ ਨਾਲ ਹੱਥੀ ਰੋਕਦੀ ਅਤੇ ਚਰਖੇ ਨੂੰ ਥੋੜ੍ਹਾ ਜਿਹਾ ਪੁੱਠਾ ਗੇੜਦੀ ਹੈ, ਜਿਸ ਨਾਲ ਤਕਲੇ ਦੇ ਗਲੋਟੇ ਤੋਂ ਅਗਲਾ ਤੰਦ ਤਕਲੇ ਦੇ ਹੀ ਅਗਲੇ ਤਿੱਖੇ ਹਿੱਸੇ ਮੂੰਹ ਤੋਂ ਲੱਥ ਕੇ ਗਲੋਟੇ ਤੱਕ ਰਹਿ ਜਾਂਦਾ ਹੈ। ਤਦ ਮੁਟਿਆਰ ਫਿਰ ਸੱਜੇ ਹੱਥ ਨਾਲ ਹੱਥੀ ਪਹਿਲੋਂ ਥੋੜ੍ਹਾ ਹੌਲੀ ਇਸ ਕਰਕੇ ਘੁਮਾਉਂਦੀ ਹੈ ਤਾਂ ਕਿ ਲੰਬਾ ਤੰਦ ਮੁਟਿਆਰ ਦੀ ਮਰਜ਼ੀ ਮੁਤਾਬਕ ਗਲੋਟੇ ਉੱਪਰ ਲਪੇਟਿਆ ਜਾ ਸਕੇ। ਉਸ ਤੋਂ ਮਗਰੋਂ ਰੰਗੀਲੇ ਪੀੜੇ ਉੱਤੇ ਬੈਠੀ ਮੁਟਿਆਰ ਫਿਰ ਹੱਥੀ ਨੂੰ ਤੇਜ਼ ਘੁਮਾ ਕੇ ਅਗਲਾ ਤੰਦ ਫਿਰ ਲੰਬਾ ਬਣਾ ਲੈਂਦੀ ਹੈ। ਰੂੰ ਦੀਆਂ ਪੂਣੀਆਂ ਨੂੰ ਚਰਖੇ ਨਾਲ ਕੱਤ ਕੇ ਤੰਦ ਦੇ ਗਲੋਟੇ ਬਣਾਉਣਾ ਹਰ ਮੁਟਿਆਰ ਦੇ ਵੱਸ ਦਾ ਰੋਗ ਨਹੀਂ ਹੈ। ਇਹ ਕੋਈ ਹੁਸ਼ਿਆਰ ਮੁਟਿਆਰ ਹੀ ਕੰਮ ਕਰ ਸਕਦੀ ਹੈ। ਚੰਗਾ ਤੰਦ ਉਹ ਹੁੰਦਾ ਜੋ ਸਾਰਾ ਹੀ ਇੱਕਸਾਰ ਅਤੇ ਪਤਲਾ ਹੋਵੇਗਾ। ਹੁਣ ਇਹ ਸੱਭਿਆਚਾਰ ਅਲੋਪ ਹੋ ਗਿਆ। ਪੰਜਾਬੀ ਲੋਕ ਗੀਤਾਂ ਵਿੱਚ ਚਰਖਾ ਛਾਇਆ ਹੋਇਆ, ਜਿਸ ਦੀਆਂ ਕੁਝ ਬਣਗੀਆਂ ਇਸ ਤਰ੍ਹਾਂ ਨੇ। ਨੀ ਮੈਂ ਕੱਤਾਂ ਭਰੀਤਾਂ ਨਾਲ ਚਰਖਾ ਚੰਨਣ ਦਾ, ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਕੂਕ ਸੁਣ ਕੇ, ਬਾਬਲ ਮੇਰੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਹੀਆ ਮੈਨੂੰ ਯਾਦ ਆਮਦਾ, ਨਿੰਮ ਹੇਠ ਕੱਚਾ ਕਰੂੰ ਲੈ ਦੇ ਚਰਖਾ ਸ਼ੀਸ਼ਿਆਂ ਵਾਲਾ, ਚੰਨ ਚਾਨਣੀ ਰਾਤ ਮੈਂ ਚਰਖਾ ਡਾਹਨੀ ਆ, ਛੱਲੀਆਂ 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 ਵੇ ਵੀਰਾ ਮੈਨੂੰ ਲੈ ਚੱਲ ਵੇ, ਚਰਖਾ ਕੱਤਣ ਸਹੇਲੀਆਂ ਕੱਲੀਆਂ ਵੇ, ਵੀਰਾ ਮੈਨੂੰ ਲੈ ਚੱਲ ਵੇ, ਚਰਖਾ ਚੰਨਣ ਦਾ ਮੈਨੂੰ ਕੱਤਣਾ ਆਵੇ ਨਾ, ਮਾਂ ਨੂੰ ਕੰਮ ਬੜੇ ਕੋਈ ਹੋਰ ਸਿਖਾਵੇ ਨਾ, ਚਰਖਾ ਮੈਂ ਆਪਣਾ ਕੱਤਾਂ ਤੰਦ ਤੇਰਿਆਂ ਦੁੱਖਾਂ ਦੇ ਪਾਵਾਂ,
ਤੇ ਚਰਖਾ ਮੇਰੀ ਜਿੰਦ ਜਾਨ ਕੁੜੇ। ਲੱਕੜੀ ਦਾ ਬਣਿਆ ਹੋਇਆ ਚਰਖਾ ਰੂੰ ਦੀਆਂ ਬਣੀਆਂ ਹੋਈਆਂ ਪੂਣੀਆਂ ਨੂੰ ਕੱਤ ਕੇ ਸੂਤ ਦਾ ਤੰਦ ਬਣਾਉਣ ਵਾਲਾ ਇੱਕ ਸਾਧਨ ਹੀ ਨਹੀਂ ਹੁੰਦਾ ਸੀ, ਸਗੋਂ ਵਿਆਹੀ ਮੁਟਿਆਰ ਦੇ ਤਾਜ ਅਤੇ ਅਗਲੇ ਘਰ ਦੇ ਵਿਹੜੇ ਦਾ ਸ਼ਿੰਗਾਰ ਬਣਨ ਦੇ ਨਾਲ ਨਾਲ ਵਿਆਹੁਤਾ ਮੁਟਿਆਰ ਦਾ ਰੁਝੇਵਾਂ ਬਣ ਕੇ ਆਪਣੀ ਹਸਤ ਕੋਮਲ ਕਲਾਵਾਂ ਹੁਨਰ ਦਿਖਾਉਣ ਵਾਸਤੇ ਮੌਕਾ ਵੀ ਪ੍ਰਦਾਨ ਕਰਦਾ ਸੀ। ਚੰਦਰੀ ਤਰੱਕੀ ਨੇ ਹੁਣ ਇਹ ਕੀਮਤੀ ਸੱਭਿਆਚਾਰ ਸਾਡੇ ਕੋਲੋਂ ਖੋਹ ਲਿਆ ਤੇ ਸਾਡੇ ਵਿਰਸੇ ਦਾ ਇੱਕ ਹਿੱਸਾ ਬਣਾ ਦਿੱਤਾ। ਹੁਣ ਨਹੀਂ ਲੱਭਣੇ ਰੰਗ ਗੁਆਚੇ। ਫੁਲਕਾਰੀ। ਫੁਲਕਾਰੀ ਸ਼ਬਦ ਫੁੱਲ ਜਮਾਕਾਰੀ ਦੇ ਛੋਟੇ ਸ਼ਬਦਾਂ ਦੇ ਇਕੱਠੇ ਹੋਣ ਤੋਂ ਬਣਿਆ ਹੈ, ਜਿਸ ਦਾ ਅਰਥ ਕਿਸੇ ਕੱਪੜੇ ਨੂੰ ਫੁੱਲਾਂ ਦੀ ਕਾਰ ਯਾਨੀ ਮਿਹਨਤ ਕਰਕੇ ਸੁੰਦਰ ਧਾਗੇ ਦੇ ਫੁੱਲ ਕੱਢ ਕੇ ਸਜਾਉਣਾ ਹੁੰਦਾ ਹੈ। ਸੁੰਦਰ ਅਤੇ ਕੀਮਤੀ ਧਾਗੇ ਨਾਲ ਫੁੱਲ ਕੱਢਣ ਉੱਪਰ ਮਿਹਨਤ ਅਤੇ ਖਰਚ ਵੀ ਜ਼ਿਆਦਾ ਆਉਂਦਾ ਕਰਕੇ ਉਹ ਕੱਪੜਾ ਵੀ ਐਸਾ ਹੋਣਾ ਚਾਹੀਦਾ ਜੋ ਲੰਮਾ ਸਮਾਂ ਹੰਢਦਾ ਰਹਿਣ ਵਾਲਾ ਹੋਵੇ। ਇਸ ਕਰਕੇ ਇਸ ਕੱਪੜੇ ਦੀ ਚੋਣ ਕਰਦੇ ਸਮੇਂ ਚੰਗੀ ਕਪਾਹ ਦੇ ਰੂੰ ਦੇ ਰੇਸ਼ਿਆਂ ਤੋਂ ਬਾਰੀਕ ਇਕਸਾਰ ਤੇ ਸੁੰਦਰ ਕਤਾਈ ਦੇ ਤੰਦਾਂ ਤੋਂ ਜੁਲਾਹੇ ਦੀ ਵਾਰ-ਵਾਰ ਤੇ ਠੀਕ ਠੁਕਾਈ ਦੇ ਬਣੇ ਖੱਦਰ ਦੇ ਕੱਪੜੇ ਨੂੰ ਹੀ ਫੁਲਕਾਰੀ ਦਾ ਰੂਪ ਦਿੱਤਾ ਜਾਂਦਾ ਹੈ। ਅੱਜ ਦੀ ਆਧੁਨਿਕਤਾ ਦੀ ਦੌੜ ਤੇ ਰੁਝੇਵਿਆਂ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੇ ਕੀਮਤੀ ਸੱਭਿਆਚਾਰ ਤੇ ਵਿਰਸੇ ਨੂੰ ਅਲੋਪ ਕਰਨ ਵਿੱਚ ਮਦਦ ਦੇ ਰਹੇ ਹਾਂ। ਇਹ ਸਾਡੇ ਵਾਸਤੇ ਠੀਕ ਨਹੀਂ ਹੈ। ਫੁਲਕਾਰੀ ਸਿਰਫ ਲਾਲ ਰੰਗ ਵਾਲਾ ਤੇ ਮਜ਼ਬੂਤ ਖੱਦਰ ਦੇ ਕੱਪੜੇ ਉੱਪਰ ਕੱਢੇ ਹੋਏ ਕੀਮਤੀ ਧਾਗੇ ਨਾਲ ਫੁੱਲਾਂ ਵਾਲਾ ਸੁੰਦਰ ਵਸਤਰ ਹੀ ਨਹੀਂ ਹੁੰਦਾ, ਸਗੋਂ ਇਹ ਪੁਰਾਤਨ ਹਸਤ ਕਲਾਵਾਂ, ਚਿੱਤਰਕਲਾ ਤੇ ਸੂਖਮ ਭਾਵੀ, ਦਿਲਕਸ਼, ਆਕਰਸ਼ਣ, ਸਰਵਉੱਚ ਦਰਜਾ ਪ੍ਰਾਪਤ ਸ਼ੁਭ ਸ਼ਗਨਾਂ ਦਾ ਪ੍ਰਤੀਕ ਤੇ ਸਿਰਮੌਰ ਕਲਾ ਵੀ ਹੁੰਦੀ ਹੈ। ਇਸ 5 ਕੁ ਗੱਜ ਜਾਂ ਥੋੜ੍ਹਾ ਵੱਧ ਖੱਦਰ ਦੇ ਕੱਪੜੇ ਨੂੰ ਫੁੱਲਾਂ ਦੀ ਕਢਾਈ ਕਰਨ ਤੋਂ ਪਹਿਲਾਂ ਹਰੜਾਂ ਨੂੰ ਬਰੀਕ ਕੁੱਟ ਕੇ ਤੇ ਪਾਣੀ ਵਿੱਚ ਉਬਾਲ ਕੇ ਉਸ ਦੀ ਪਾਨ ਚੜ੍ਹਾਈ ਜਾਂਦੀ ਹੈ। ਉਸ ਤੋਂ ਮਗਰੋਂ ਪੱਕੇ ਲਾਲ ਰੰਗ ਨੂੰ ਵੀ ਉਬਾਲ ਕੇ ਫੁਲਕਾਰੀ ਨੂੰ ਲਾਲ ਰੰਗ ਵਿੱਚ ਰੰਗਿਆ ਜਾਂਦਾ ਹੈ। ਉਸ ਮਗਰੋਂ ਹੀ ਖੂਬਸੂਰਤ ਰੰਗ ਵਾਲੇ ਰੇਸ਼ਮੀ ਪੱਟ ਦੇ ਧਾਗੇ ਨੂੰ ਸੂਈ ਤੇ ਕੰਦੂਈ ਦੀ ਮਦਦ ਨਾਲ ਇਸ ਦੀ ਸੁੰਦਰ ਕਢਾਈ ਕੀਤੀ ਜਾਂਦੀ ਹੈ, ਜਿਸ ਨੂੰ ਕਸੀਦਾ ਕੱਢਣਾ ਵੀ ਕਹਿੰਦੇ ਨੇ। ਰੇਸ਼ਮੀ ਪੱਟ ਦੇ ਧਾਗੇ ਵਿੱਚ ਚਮਕਦਾਰ ਚਿੱਟਾ, ਹਰਾ, ਗੁਲਾਬੀ, ਪੀਲਾ ਤੇ ਨਸਵਾਰੀ ਰੰਗ ਸ਼ਾਮਲ ਹੁੰਦੇ ਹਨ। ਇਸ ਦੀ ਕਢਾਈ ਪੁੱਠੇ ਪਾਸਿਆਂ ਤੋਂ ਕਰਕੇ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿ ਧਾਗੇ ਨੂੰ ਦਿੱਤੀ ਜਾਂਦੀ ਗੰਢ ਜਾਂ ਜੋੜ ਸਿੱਧੇ ਪਾਸੇ ਨਾ ਹੋ ਜਾਵੇ। ਇਸ ਦੀ ਕਢਾਈ ਕਰਨ ਤੋਂ ਪਹਿਲਾਂ ਕਢਾਈ ਵਾਲੇ ਫੁੱਲਾਂ ਤੇ ਰੰਗਾਂ ਦੇ ਆਪਸੀ ਮੇਲ ਬਾਰੇ ਤਰਤੀਬ ਬਣਾਉਣੀ ਪੈਂਦੀ ਹੈ। ਉਸ ਤੋਂ ਮਗਰੋਂ ਸ਼ੁਰੂ ਕੀਤੀ ਜਾਂਦੀ ਹੈ। ਬਣਾਈ ਤੇ ਸੋਚੀ ਉਲੀਕੀ ਗਈ ਤਰਤੀਬ ਮੁਤਾਬਕ ਪੂਰੀ ਫੁਲਕਾਰੀ ਉੱਪਰ ਵੰਨ-ਸੁਵੰਨੇ ਫੁੱਲ, ਘੁੱਗੀਆਂ, ਮੋਰ ਜਾਂ ਤੋਤੇ ਵਰਗੇ ਢੁਕਵੇਂ ਚਿੱਤਰ ਬਣਾ ਕੇ ਸਜਾਇਆ ਜਾਂਦਾ ਹੈ। ਉਸ ਨੂੰ ਦਾਜ ਦਾ ਓੜ-ਪੋੜ ਕਰਨ ਵਾਸਤੇ ਮੁਟਿਆਰ, ਉਮਰ ਵਿੱਚ ਪ੍ਰਵੇਸ਼ ਕਰਨ ਵਾਲੀਆਂ ਕੁਝ ਕੁੜੀਆਂ ਇਕੱਠੀਆਂ ਹੋ ਕੇ ਆਪੋ ਆਪਣਾ ਫੁਲਕਾਰੀ ਵਾਲਾ ਕੱਪੜਾ, ਸੂਈ ਤੇ ਧਾਗੇ ਲੈ ਕੇ ਇੱਕ ਥਾਂ ਤੇ ਬੈਠ ਜਾਂਦੀਆਂ ਹੁੰਦੀਆਂ ਸਨ। ਉਹ ਫੁਲਕਾਰੀ ਉੱਪਰ ਕਢਾਈ ਕਰਨੀ, ਇੱਕ ਦੂਸਰੇ ਕੋਲੋਂ ਸਿੱਖ ਕੇ ਲਗਾਤਾਰ ਤੇ ਰੀਝ ਨਾਲ ਮਿਹਨਤ ਕਰਕੇ ਲਗਭਗ 20 ਕੁ ਦਿਨਾਂ ਵਿੱਚ ਫੁਲਕਾਰੀ ਦੀ ਪੂਰੀ ਕਢਾਈ ਨਿਬੇੜ ਲੈਂਦੀਆਂ ਸਨ। ਬਹੁਤ ਉੱਤਮ ਕਢਾਈ ਕਰਨ ਵਾਸਤੇ ਲਗਭਗ 2 ਕੁ ਮਹੀਨੇ ਦਾ ਸਮਾਂ ਵੀ ਲੱਗ ਜਾਂਦਾ ਸੀ। ਫੁਲਕਾਰੀ ਜੋ ਪੁਰਾਣੇ ਸਮੇਂ ਵਿੱਚ ਸ਼ਗਨਾਂ ਦੀ ਸੌਗਾਤ ਸਮਝੀ ਜਾਂਦੀ ਸੀ, ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਪਹਿਲਾਂ ਵਟਣੇ ਵੇਲੇ ਉੱਪਰ ਤਾਣੀ ਜਾਂਦੀ ਸੀ। ਫਿਰ ਨਹਾਈ ਧੋਈ ਵੇਲੇ ਵੀ ਇਸ ਤਰ੍ਹਾਂ ਕਰਕੇ ਫੁਲਕਾਰੀ ਲਾਗੀ ਨੂੰ ਦੇਣ ਵਾਸਤੇ ਮੁੰਡਾ ਫੁਲਕਾਰੀ ਨੂੰ ਪਹਿਲਾਂ ਚਾਦਰੇ ਦੀ ਥਾਂ ਤੇੜ ਬੰਨ੍ਹ ਕੇ ਪਾਏ ਹੋਏ ਤੇ ਪੁਰਾਣੇ ਕੱਪੜੇ ਨਾਈ ਨੂੰ ਫੁਲਕਾਰੀ ਸਮੇਤ ਦੇ ਦਿੱਤੇ ਜਾਂਦੇ ਸੀ। ਖੁਸ਼ੀ ਦੇ ਹਰ ਵੇਲੇ ਉੱਪਰ ਰਸਮ ਵਜੋਂ ਫੁਲਕਾਰੀ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ ਸੀ। ਵਿਆਹ ਵਾਲੀਆਂ ਕੁੜੀਆਂ ਨੂੰ ਦਾਜ ਵਿੱਚ ਕੁਝ ਫੁਲਕਾਰੀਆਂ ਵੀ ਦਿੱਤੀਆਂ ਜਾਂਦੀਆਂ ਸਨ। ਪੁਰਾਤਨ ਸਮਿਆਂ ਵਿੱਚ ਘੱਗਰਾ ਤੇ ਫੁਲਕਾਰੀ ਦੋਵੇਂ ਵਸਤਰ ਔਰਤਾਂ ਵਾਸਤੇ ਪ੍ਰਮੁੱਖ ਹੁੰਦੇ ਸਨ। ਚਰਖੇ ਵਾਂਗੂ ਹੀ ਫੁਲਕਾਰੀ ਵੀ ਪੇਂਡੂ ਸੱਭਿਆਚਾਰ ਦੀ ਪ੍ਰਤੀਕ ਹੀ ਸਮਝੀ ਜਾਂਦੀ ਸੀ। ਇਸ ਕਰਕੇ ਲੋਕ ਗੀਤਾਂ ਵਿੱਚ ਫੁਲਕਾਰੀ ਦਾ ਨਾਂ ਵੀ ਆਉਂਦਾ ਹੈ। ਜਿਵੇਂ ਬਈ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਬੁਟਾਰੀ, ਉੱਥੋਂ ਦੀਆਂ 2 ਕੁੜੀਆਂ ਸੁਣੀਂਦੀਆਂ, ਇੱਕ ਪਤਲੀ ਇੱਕ ਭਾਰੀ, ਵੀ ਪਤਲੀ ਤੇ ਤਾਂ ਕੱਖ ਡੋਰੀਆ, ਭਾਰੀ ਤੇ ਫੁਲਕਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੀ ਪਿਆਰੀ। ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੀ ਨੇ ਫੁਲਕਾਰੀ, ਜੁਗ ਜੁਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ। ਰਾਹੇ ਜਾਂਦੀਆਂ 2 ਮੁਟਿਆਰਾਂ ਲੈ ਕੇ ਸਿਰ ਤੇ ਫੁਲਕਾਰੀਆਂ, ਇੱਕ ਰੰਨਾਂ ਨੂੰ ਝੂਰਦੇ ਰਹਿ ਜਾਣ, ਇੱਕ ਮੂਰਖਾਂ ਮਨੋਂ ਵਸਾਰੀਆਂ। ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ, ਰੇਸ਼ਮ ਮੂੰਹੋਂ ਬੋਲਦਾ, ਫੁਲਕਾਰੀ ਦਾ ਰੰਗ ਸੋਹਣੀਏ, ਇਸ਼ਕ ਹੁਸਨ ਸੰਗ ਤੋਲਦਾ। ਉੱਤੇ ਹੀਰ ਨੇ ਲਈ ਫੁਲਕਾਰੀ, ਕੁੜਤੀ ਖੱਦਰ ਪਾਈ, ਪਿੰਡ ਵਿੱਚ ਚੰਦ ਚੜ੍ਹ ਗਿਆ ਜਦ ਬਹੂ ਮੁਕਲਾਵੇ ਆਈ। ਗਿੱਧਾ ਪਾਇਆ, ਮੇਲ ਨਚਾਇਆ, ਹੋ ਗਈ ਜਾਣ ਦੀ ਤਿਆਰੀ, ਹਾਕਾਂ ਘਰ ਵੱਜੀਆਂ, ਛੱਡ ਮਿੱਤਰਾ ਫੁਲਕਾਰੀ। ਚਾਨਣ ਦੀ ਫੁਲਕਾਰੀ, ਤੋਪਾ ਕੌਣ ਭਰੇ। ਇਸੇ ਤਰ੍ਹਾਂ ਰੁੱਸੇ ਮਾਹੀ ਨੂੰ ਮਨਾਉਣ ਵਾਸਤੇ ਸਲਾਹ ਵੀ ਗੀਤਾਂ ਵਿੱਚ ਦਿੱਤੀ ਗਈ ਹੈ। ਜਿਵੇਂ ਕੁੜੀਏ ਕੁੜੀਏ ਅੜੀਏ, ਤੈਨੂੰ ਚੱਕ ਬਨੇਰੇ ਧਰੀਏ, ਰੁੱਸੇ ਮਾਹੀ ਦਾ ਕੀ ਕਰੀਏ। ਤੇ ਜਵਾਬ ਵਿੱਚ
ਫੁਲਕਾਰੀ ਲਾ ਪੈਰਾਂ ਤੇ ਧਰੀਏ, ਇੱਕ ਵਾਰ ਬੋਲੋ ਜੀ, ਆਪਾਂ ਫੇਰ ਕਦੇ ਨਾ ਲੜੀਏ। ਵੇਦੀ ਨਾਲ ਫੇਰੇ ਹੁੰਦੇ ਵੇਲੇ ਵੀ ਫੁਲਕਾਰੀ ਵੇਦੀ ਉੱਪਰ ਲਪੇਟੀ ਹੁੰਦੀ ਸੀ। ਜਦੋਂ ਮੁਟਿਆਰ ਵਿਆਹ ਹੋਣ ਤੋਂ ਮਗਰੋਂ ਡੋਲੇ ਜਾਂ ਲੱਕੜੀ ਦੀ ਬਣੀ ਗੱਡੀ ਵਿੱਚ ਬੈਠ ਕੇ ਸਹੁਰਾ ਕਰ ਜਾਂਦੀ ਹੁੰਦੀ ਸੀ, ਤਦ ਉਹਨਾਂ ਉੱਪਰ ਵੀ ਫੁਲਕਾਰੀ ਲਪੇਟੀ ਹੁੰਦੀ ਸੀ। ਫੁਲਕਾਰੀ ਆਪ ਸੁੰਦਰ ਵਸਤਰ ਹੋਣ ਕਰਕੇ ਉਸ ਨੂੰ ਲਪੇਟਣ ਵਾਲੇ ਨੂੰ ਵੀ ਉਹ ਸੁੰਦਰ ਦਿੱਖ ਦੇ ਦਿੰਦੀ ਹੁੰਦੀ ਸੀ। ਇਸ ਕਰਕੇ ਫੁਲਕਾਰੀ ਲਪੇਟੀ ਹੋਈ ਵਾਲੀ ਮੁਟਿਆਰ ਦੇ ਹੁਸਨ ਵਿੱਚ ਬਹੁਤ ਵਾਧਾ ਹੋ ਜਾਂਦਾ ਸੀ। ਖੁਸ਼ੀ ਦੀ ਕੋਈ ਰਸਮ ਜਾਂ ਵੇਲਾ ਐਸਾ ਨਹੀਂ ਹੁੰਦਾ ਸੀ ਜਿਸ ਵਿੱਚ ਪੁਰਾਤਨ ਵੇਲਿਆਂ ਵਿੱਚ ਫੁਲਕਾਰੀ ਦੀ ਹਾਜ਼ਰੀ ਨਾ ਲੱਗੀ ਹੋਵੇ। ਇਸ ਕਰਕੇ ਫੁਲਕਾਰੀ ਨੇ ਸਾਡੇ ਪੰਜਾਬੀ ਸਮਾਜ ਦਾ ਬਹੁਤ ਲੰਬਾ ਸਮਾਂ ਸਾਥ ਦਿੱਤਾ ਹੈ। ਹੁਣ ਵੀ ਵੱਡੀ ਉਮਰ ਦੀਆਂ ਬੀਬੀਆਂ ਨੇ ਆਪੋ ਆਪਣੀਆਂ ਪਿਆਰੀਆਂ ਪਿਆਰੀਆਂ ਫੁਲਕਾਰੀਆਂ ਸੰਦੂਕਾਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ, ਜੋ ਸਾਡੇ ਹੁਣ ਵਿਰਸੇ ਦਾ ਇੱਕ ਹਿੱਸਾ ਬਣ ਚੁੱਕੀਆਂ ਨੇ। ਪੁਰਾਤਨ ਸਮੇਂ ਦੀਆਂ ਯਾਦਾਂ ਅਤੇ ਪੰਜਾਬੀ ਪੇਂਡੂ ਸੱਭਿਆਚਾਰ ਦਾ ਅਨੋਖਾ ਨਮੂਨਾ ਤਰਿੰਜਣ ਵਿਆਹ ਦੀ ਉਮਰ ਵਿੱਚ ਆਈਆਂ ਮੁਟਿਆਰ ਕੁੜੀਆਂ ਚਿੜੀਆਂ ਦਾ ਐਸਾ ਇਕੱਠ ਹੁੰਦਾ ਸੀ, ਜੋ ਪ੍ਰਾਚੀਨ ਸਮੇਂ ਵਿੱਚ ਵਿਆਹ ਹੋਣ ਤੋਂ ਪਹਿਲਾਂ ਇੱਕ ਖੁੱਲ੍ਹੇ ਜਾਂ ਸਾਂਝੇ ਥਾਂ ਮੁਟਿਆਰ ਕੁੜੀਆਂ ਆਪੋ ਆਪਣਾ ਚਰਖਾ ਤੇ ਪੂਣੀਆਂ ਦਾ ਭਰਿਆ ਛਿੱਕੂ ਲੈ ਕੇ ਆਉਂਦੀਆਂ, ਇਕੱਠੀਆਂ ਹੁੰਦੀਆਂ ਤੇ ਗੋਲ ਘੇਰੇ ਵਿੱਚ ਚਰਖੇ ਡਾਹ ਕੇ ਮੂੰਹ ਅੰਦਰ ਵੱਲ ਕਰਕੇ ਚਰਖੇ ਨਾਲ ਰੂੰਦੀਆਂ ਪੂਣੀਆਂ ਕੱਤਦੀਆਂ ਜਾਂ ਫੁਲਕਾਰੀਆਂ ਕੱਢਦੀਆਂ ਤੇ ਨਾਲ ਨਾਲ ਮਨਪਸੰਦ ਦੇ ਗੀਤ ਵੀ ਗਾਉਂਦੀਆਂ ਹੁੰਦੀਆਂ ਸਨ। ਕੁੜੀਆਂ ਵਾਸਤੇ ਉਹ ਐਸਾ ਵੇਲਾ ਹੁੰਦਾ ਸੀ ਜਦੋਂ ਹਮ ਉਮਰ ਸਹੇਲੀਆਂ ਨੂੰ ਇਕੱਠੀਆਂ ਬੈਠ ਕੇ ਰਲ ਮਿਲ ਕੇ ਆਪੋ ਆਪਣੇ ਦਾਜ ਵਾਸਤੇ ਓੜ ਪੋੜ ਕਰਕੇ ਕੁਝ ਬਣਾਉਣ ਤੇ ਆਪੋ ਆਪਣੇ ਭਾਵਾਂ ਨੂੰ ਸਾਂਝੇ ਕਰਨ ਦਾ ਮੌਕਾ ਵੀ ਪ੍ਰਦਾਨ ਹੋ ਜਾਂਦਾ ਸੀ। ਇਹ ਕਦੀ-ਕਦੀ ਅਜਿਹਾ ਆਖਰੀ ਮੌਕਾ ਇਸ ਕਰਕੇ ਬਣ ਜਾਂਦਾ ਸੀ ਕਿਉਂਕਿ ਵਿਆਹ ਦੀ ਉਮਰ ਹੋਣ ਕਰਕੇ ਉਹ ਵਿਆਹੀਆਂ ਜਾਂਦੀਆਂ ਤੇ ਆਪਸ ਵਿੱਚ ਸਦਾ ਵਾਸਤੇ ਦੂਰ ਵਿਛੜ ਜਾਂਦੀਆਂ ਤੇ ਫਿਰ ਘੱਟ ਇਕੱਠੀਆਂ ਹੋਣ ਦਾ ਮੌਕਾ ਮਿਲਦਾ ਸੀ। ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਬੇੜੀਆਂ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਬਬ ਨਾਲ ਹੁਣ ਇਕੱਠੀਆਂ। ਕੰਮ ਅਤੇ ਆਪਸੀ ਪਿਆਰ ਨੂੰ ਹੋਰ ਸਾਂਝਾ ਰੂਪ ਦੇਣ ਵਾਸਤੇ ਕੱਤਣ ਵਾਲੀਆਂ ਪੂਣੀਆਂ ਵਾਲਾ ਛਿੱਕੂ ਪਹਿਲੋਂ ਹੀ ਉਹ ਨਾਲ ਲੈ ਕੇ ਆਉਂਦੀਆਂ ਸਨ ਤੇ ਉਹਨਾਂ ਨੂੰ ਨੇੜੇ ਬਿਠਾ ਕੇ ਸਾਂਝ ਵਿੱਚ ਹੋਰ ਮਿਠਾਸ ਭਰਨ ਵਾਸਤੇ ਵਿਚਕਾਰ ਇੱਕ ਟੋਕਰਾ ਰੱਖਿਆ ਜਾਂਦਾ ਸੀ, ਜਿਸ ਵਿੱਚ ਉਹਨਾਂ ਕੁੜੀਆਂ ਤੋਂ 2-2 ਜਾਂ 4-4 ਪੂਣੀਆਂ ਲੈ ਕੇ ਦਿੱਤੀਆਂ ਜਾਂਦੀਆਂ ਤੇ ਫਿਰ ਤਰਤੀਬ ਮੁਤਾਬਕ ਟੋਕਰੇ ਵਿੱਚ ਚਿਣ ਦਿੱਤੀਆਂ ਜਾਂਦੀਆਂ ਤਾਂ ਕਿ ਕੱਲ੍ਹ ਨੂੰ ਜਿਸ ਦੀਆਂ ਪੂਣੀਆਂ ਉਸੇ ਨੂੰ ਹੀ ਕੱਤਣ ਵਾਸਤੇ ਪ੍ਰਾਪਤ ਹੋਣ। ਪੂਣੀਆਂ ਇੱਕੋ ਟੋਕਰੇ ਵਿੱਚ ਚਿਣਨ ਦਾ ਮਤਲਬ ਪਿਆਰ ਤੇ ਤਰਿੰਜਣ ਦੇ ਕੰਮ ਵਿੱਚ ਹੋਰ ਸਾਂਝ ਵਧਾਉਣੀ ਹੀ ਹੁੰਦਾ ਸੀ। ਪੂਣੀਆਂ ਇਸੀ ਤਰਤੀਬ ਤੇ ਸੋਚ ਨਾਲ ਨਿਸ਼ਾਨੀ ਲਾ ਕੇ ਰੱਖ ਹੁੰਦੀਆਂ ਜੋ ਕਦੇ ਵੀ ਬਦਲਦੀਆਂ ਨਹੀਂ ਸਨ। ਮਿੱਥੇ ਹੋਏ ਸਮੇਂ ਤੇ ਉਹੀ ਕੁੜੀਆਂ ਆਪੋ ਆਪਣੇ ਚਰਖੇ ਤੇ ਖਾਲੀ ਛਿੱਕੂ ਲੈ ਕੇ ਤਰਿੰਜਣ ਵਾਲੀ ਥਾਂ ਗੋਲ ਘੇਰੇ ਵਿੱਚ ਮੂੰਹ ਅੰਦਰ ਵੱਲ ਕਰਕੇ ਤੇ ਪੂਣੀਆਂ ਵਾਲਾ ਸਾਂਝਾ ਟੋਕਰਾ ਵਿਚਾਲੇ ਰੱਖ ਕੇ ਤੇ ਚਰਖੇ ਡਾ ਕੇ ਪੀੜ੍ਹੀ ਉੱਪਰ ਬੈਠ ਕੇ ਪੂਣੀਆਂ ਦੀ ਉੱਪਰਲੀ ਚਨਾਈ ਦੀਆਂ ਪੂਣੀਆਂ ਸੰਬੰਧਿਤ ਕੁੜੀਆਂ ਨੂੰ ਠੀਕ ਵੰਡ ਕੇ ਇਕੱਠੀਆਂ ਕੱਤਣਾ ਸ਼ੁਰੂ ਕਰ ਦਿੰਦੀਆਂ ਹੁੰਦੀਆਂ ਸਨ। ਟੋਕਰੇ ਵਿਚਲੀਆਂ ਸਾਰੀਆਂ ਚਨਾਈਆਂ ਪੂਣੀਆਂ ਵੰਡ ਕੇ ਤੇ ਕੱਤ ਕੇ ਉਹ ਕੱਤੇ ਹੋਏ ਸੂਤ ਦੇ ਗਲੋਟਿਆਂ ਵਾਲੇ ਛਿੱਕੂ ਨੇੜੇ ਰੱਖ ਕੇ ਸਭ ਤੋਂ ਚੰਗਾ ਦੂਸਰਾ, ਤੀਸਰਾ, ਇਸੇ ਤਰ੍ਹਾਂ ਸੂਤ ਦੀ ਕਤਾਈ ਦੇ ਸਥਾਨਾਂ ਦੇ ਨੰਬਰ ਸਾਰੇ ਛਿੱਕੂਆਂ ਨੂੰ ਦੇ ਦਿੰਦੀਆਂ ਸਨ, ਜਿਸ ਕਰਕੇ ਸਾਰੀਆਂ ਕੁੜੀਆਂ ਚੰਗਾ ਸੂਤ ਕੱਤਣ ਵਿੱਚ ਮੁਕਾਬਲੇਬਾਜ਼ੀ ਨਾਲ ਵਧੀਆ ਸੂਤ ਕੱਤਣ ਵਿੱਚ ਸੁਧਾਰ ਕਰਨ ਤੇ ਨਿਖਾਰ ਵੀ ਲੈ ਆਉਣ। ਇਸ ਤਰ੍ਹਾਂ ਉਹ ਕੁੜੀਆਂ ਵਿਆਹ ਹੋ ਕੇ ਸਹੁਰੇ ਘਰ ਜਾਣ ਤੋਂ ਪਹਿਲਾਂ ਹੀ ਸੁਚੱਜੀਆਂ ਧੀਆਂ ਬਣ ਜਾਂਦੀਆਂ ਤੇ ਹੁਨਰਮੰਦ ਨੂੰਹਾਂ ਅਖਵਾਉਂਦੀਆਂ। ਸੂਤ ਕਤਾਈ ਵਿੱਚ ਚੰਗੇ ਕੱਤੇ ਦੀ ਪਛਾਣ ਇਕਸਾਰਤਾ, ਬਰੀਕੀ ਤੇ ਸਫਾਈ ਹੁੰਦੀ ਸੀ। ਜਿਵੇਂ ਮੇਲੇ ਮਨੋਰੰਜਨ ਦਾ ਸਾਧਨ ਹੁੰਦੇ ਹਨ, ਤਿਵੇਂ ਤਰਿੰਜਣ ਰੂਪੀ ਕੁੜੀਆਂ ਦਾ ਇਕੱਠ ਅਥਵਾ ਮੇਲਾ ਵੀ ਮਨੋਰੰਜਨ ਦਾ ਸਾਧਨ ਹੀ ਬਣ ਜਾਂਦਾ ਸੀ, ਜਿੱਥੇ ਮੁਟਿਆਰਾਂ ਰੋਜ਼ ਹੀ ਇਕੱਠੀਆਂ ਹੋ ਕੇ ਚਰਖਾ ਕੱਤਣ, ਫੁਲਕਾਰੀ ਕੱਢਣ ਤੇ ਨਾਲ ਗੀਤਾਂ ਨੂੰ ਛੂਹ ਕੇ ਮਨੋਰੰਜਨ ਵੀ ਕਰ ਲੈਂਦੀਆਂ ਸਨ। ਉਹ ਪਿੱਪਲ ਜਾਂ ਨਿੰਮ ਦੇ ਰੁੱਖ ਹੇਠ ਤੇ ਰਾਤ ਵੇਲੇ ਕਿਸੇ ਵੱਡੇ ਕਮਰੇ ਯਾਨੀ ਦਲਾਨ 'ਚ ਰੀਝ ਨਾਲ ਕੰਮ ਸਿੱਖਦੀਆਂ ਸਿਖਾਉਂਦੀਆਂ ਬਾਹਰੀ ਰੂਪ ਵਿੱਚ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਸੱਭਿਆਚਾਰਕ ਸਰੋਕਾਰਾਂ ਨਾਲ ਜੁੜੇ ਹੋਏ ਗੀਤ ਗਾ ਕੇ ਮਨ ਨੂੰ ਖੁਸ਼ ਕਰ ਲੈਂਦੀਆਂ ਸਨ। ਇਸ ਤਰ੍ਹਾਂ ਤਰਿੰਜਣ ਪੰਜਾਬੀ ਲੋਕਧਾਰਾ ਦਾ ਵਗਦਾ ਵਹਿਣ ਬਣ ਕੇ ਸਾਹਮਣੇ ਆਉਂਦਾ ਸੀ। ਉਹ ਚਰਖਾ ਕੱਤਣ ਵੇਲੇ ਆਪਣੇ ਮੂੰਹ ਡੁੱਲ ਪੈਂਦੇ ਨਵੇਂ ਗੀਤ ਘੜ ਕੇ ਸੁਰੀਲੀ ਆਵਾਜ਼ ਵਿੱਚ ਕਹਿਣ ਲੱਗ ਪੈਂਦੀਆਂ ਹੁੰਦੀਆਂ ਸਨ, ਜਿਵੇਂ ਮੇਰੀ ਕਤਨੀ ਨਸੀਬਾਂ ਵਾਲੀ ਭਰੀ ਰਹਿੰਦੀ ਲੱਡੂਆਂ ਦੀ। ਬੁੱਲ੍ਹੇ ਸ਼ਾਹ ਨੇ ਵੀ ਤਰਿੰਜਣ ਬਾਰੇ ਆਪਣੇ ਭਾਵਾਂ ਨੂੰ ਪ੍ਰਗਟਾਇਆ, ਜਦ ਸਭ ਸਖੀਆਂ ਤੁਰ ਜਾਣਗੀਆਂ ਫਿਰ ਉੱਥੇ ਮੂਲ ਨਾ ਆਉਣਗੀਆਂ, ਆ ਚਰਖੇ ਮੂਲ ਨਾ ਡਾਉਣਗੀਆਂ, ਤੇਰਾ ਤਰਿੰਜਣ ਪਿਆ ਵੈਰਾਨ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ। ਕਪਾਹ ਵੇਲਣੇ ਵਾਲਾ ਵੇਲਣਾ। ਕਪਾਹ ਦੀ ਫਸਲ ਦੇ ਟਿੰਡਿਆਂ ਵਿੱਚੋਂ ਲਮਕਦੀਆਂ ਫੁੱਟੀਆਂ ਚੁੱਕ ਕੇ ਚਾਦਰ ਜਾਂ ਪੱਲੀ ਨੂੰ ਧੁੱਪ ਵਿੱਚ ਵਿਛਾ ਕੇ ਤੇ ਉਸ ਉੱਪਰ ਉਹ ਕਪਾਹ ਸੁਕਾਈ ਜਾਂਦੀ ਸੀ। ਉਸ ਵੇਲੇ ਵਿੱਚ ਇੱਕ ਵਿੰਗੀ ਸੋਟੀ ਯਾਨੀ ਝੰਬੜੀ ਨਾਲ
ਉਹਨਾਂ ਫੁੱਟੀਆਂ ਨੂੰ ਹੋਰ ਖੋਲ੍ਹਣ ਯਾਨੀ ਖਿਲਾਰਨ ਵਾਸਤੇ ਝੰਬਿਆ ਜਾਂਦਾ ਸੀ ਤੇ ਸੁੱਕੀ ਹੋਈ ਕਪਾਹ ਨੂੰ ਵੇਲਣੇ ਦੇ ਨੇੜੇ ਰੱਖ ਕੇ ਤੇ ਵੇਲਣਾ ਗੇੜ ਕੇ ਖੱਬੇ ਹੱਥ ਨਾਲ ਫੁੱਟੀਆਂ ਨੂੰ ਬਾਰੋ ਵਾਰੀ ਲੱਕੜੀ ਤੇ ਲੋਹੇ ਦੀਆਂ ਲੁੱਠਾਂ ਵਿਚਕਾਰ ਦੀ ਲੰਘਾਇਆ ਜਾਂਦਾ ਸੀ, ਜਿਸ ਨਾਲ ਵੜੇਵੇਂ ਇੱਧਰ ਤੇ ਰੂੰ ਵੱਖੋ ਵੱਖ ਹੋ ਕੇ ਅੱਗੇ ਚਲੇ ਜਾਂਦੇ ਸਨ। ਦੋਵੇਂ ਲੱਠਾਂ ਵੇਲਣੇ ਦੀ ਹੱਥੀ ਨੂੰ ਸੱਜੇ ਹੱਥ ਨਾਲ ਘੁਮਾਉਣ ਕਰਕੇ ਇਹ ਘੁੰਮਦੀਆਂ ਹੁੰਦੀਆਂ ਸਨ। ਕਪਾਹ ਵੇਲਣੇ ਨਾਲ ਵੇਲੀ ਜਾਣ ਤੋਂ ਮਗਰੋਂ ਵੜੇਵੇਂ ਤਾਂ ਉਬਾਲ ਕੇ ਲਵੇਰੀਆਂ ਮੱਝਾਂ ਨੂੰ ਚਾਰ ਦਿੱਤੇ ਜਾਂਦੇ ਸਨ, ਪਰ ਰੂੰ ਦੀ ਪੰਡ ਬੰਨ੍ਹ ਕੇ ਕਿਸੇ ਰੂੰ ਪਿੰਜਣ ਵਾਲੇ ਪੇਂਜੇ ਕੋਲ ਪਿੰਜਵਾ ਕੇ ਕਿਸੇ ਲੰਬੇ ਤੀਲੇ ਦੀ ਮਦਦ ਨਾਲ ਪੂਣੀਆਂ ਵੱਟ ਲਈਆਂ ਜਾਂਦੀਆਂ ਸਨ। ਰੂੰ ਨੂੰ ਪਿੰਜਵਾਉਣ ਨਾਲ ਉਸ ਵਿੱਚ ਇਕਸਾਰਤਾ ਤੇ ਸੁੰਦਰਤਾ ਆ ਜਾਂਦੀ ਸੀ। ਉਸੇ ਰੂੰ ਤੋਂ ਬਣੀਆਂ ਪੂਣੀਆਂ ਛਿੱਕੂ ਰਾਹੀਂ ਤਰੰਜਣ ਵਿੱਚ ਪਹੁੰਚ ਕੇ ਚਰਖੇ ਨਾਲ ਕੱਤ ਹੋ ਕੇ ਰੂੰ ਤੋਂ ਬਰੀਕ ਤੰਦ ਬਣ ਕੇ ਗਲੋਟੇ ਉੱਪਰ ਲਪੇਟ ਕੇ ਸੂਤ ਤੋਂ ਖੱਦਰ ਦੇ ਕੱਪੜੇ ਦਾ ਰੂਪ ਬਣ ਜਾਂਦਾ ਹੁੰਦਾ ਸੀ। ਹੁਣ ਇਹ ਸਾਰਾ ਕੀਮਤੀ ਪੇਂਡੂ ਸੱਭਿਆਚਾਰ ਬਦਲ ਕੇ ਅਲੋਪ ਹੋ ਚੁੱਕਾ ਹੈ ਤੇ ਵਿਰਸੇ ਵਾਲੇ ਹਿੱਸੇ ਵਿੱਚ ਆ ਗਿਆ। ਉਹ ਵੀ ਦਿਨ ਹੁੰਦੇ ਸਨ ਜਦੋਂ ਇਹ ਸੱਭਿਆਚਾਰ 19ਵੀਂ ਤੇ 20ਵੀਂ ਸਦੀ ਵੇਲੇ ਪਰ ਜੋ ਬਣਦੇ ਸੀ। ਪੁਰਾਤਨ ਵੇਲੇ ਦੇ ਪੇਂਡੂ ਸੱਭਿਆਚਾਰ ਦੀ ਪ੍ਰਤੀਕ ਪੱਖੀ। ਪੰਜਾਬੀ ਦੇ ਦੂਰ ਦਰਾਡੇ ਪਿੰਡਾਂ ਵਿੱਚ ਬਿਜਲੀ ਦੇ ਖੰਭੇ ਗੱਡੇ ਜਾਣ ਤੋਂ ਪਹਿਲਾਂ ਲੱਕੜੀ ਦੀ ਡੰਡੀ, ਲੋਹੇ ਦੀ ਤਾਰ ਤੇ ਕੱਪੜੇ ਦੇ ਟੁਕੜੇ ਤੋਂ ਬਣੀ ਪੱਖੀ ਨੇ ਆਦਿ ਕਾਲ ਤੋਂ ਲੈ ਕੇ ਬਿਜਲੀ ਦਾ ਲਾਟੂ ਜਗਣ ਦੇ ਵੇਲੇ ਤੱਕ ਗਰਮੀਆਂ ਦੇ ਔਖੇ ਵੇਲੇ ਮਨੁੱਖਤਾ ਦੀ ਸੇਵਾ ਕੀਤੀ ਹੈ। ਜਿਸ ਕਰਕੇ ਪੇਂਡੂ ਸੱਭਿਆਚਾਰ ਦੀ ਪ੍ਰਤੀਕ ਪੱਖੀ ਸਾਡੇ ਪੁਰਾਤਨ ਪੇਂਡੂ ਸੱਭਿਆਚਾਰ ਦੀ ਇੱਕ ਨਿੱਗਰ ਕਲਾ ਹੀ ਨਹੀਂ, ਸਗੋਂ ਬੰਦ ਹੋਈ ਹਵਾ ਵੇਲੇ ਗਰਮੀ ਤੋਂ ਬਚਾਉਣ ਵਾਲਾ ਸਾਧਨ ਤੇ ਸ਼ਿੰਗਾਰ ਵੀ ਹੁੰਦੀ ਹੈ। ਸਾਡੇ ਸੱਭਿਆਚਾਰ ਤੋਂ ਬਣੇ ਵਿਰਸੇ ਨੂੰ ਮਾਣ ਹੈ ਕਿ ਉਹ ਹੁਣ ਅਨੇਕਾਂ ਕਿਸਮਾਂ ਦੇ ਵਿਰਾਸਤੀ ਚਿੰਨ੍ਹ ਆਪਣੇ ਕਲਾਵੇ ਵਿੱਚ ਸੰਭਾਲੀ ਬੈਠਾ ਹੈ। ਜਿੱਥੇ ਵਿਆਹੁਤਾ ਦੇ ਦਾਜ ਵਿੱਚ ਫੁਲਕਾਰੀਆਂ, ਚਾਦਰਾਂ, ਸਰਾਣੇ, ਸੰਦੂਕ, ਉੱਥੇ ਪੱਖੀਆਂ ਨੂੰ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਪੱਖੀ ਦਾ ਬਣਨਾ। ਪੱਖੀ ਨਰੋਲ ਕਾਲੀ ਟਾਹਲੀ ਦੀ ਲੱਕੜੀ ਤੋਂ ਬਣੀ ਗੋਲ ਡੰਡੀ ਨੂੰ ਤਰਖਾਣ ਬਣਾ ਕੇ ਤੇ ਉਸ ਦੇ ਹੇਠਲੇ ਪਾਸੇ ਘੁਮਾਉਣ ਵਾਸਤੇ ਘੁੰਮਣੀ ਲਗਾ ਦਿੰਦੇ ਤੇ ਪੂਰੀ ਡੰਡੀ ਨੂੰ ਲੱਕੜੀ ਵਾਲੇ ਸੁੰਦਰ ਰੰਗ ਵਿੱਚ ਰੰਗਦੇ ਤੇ ਤਾਰ ਨੂੰ ਗੋਲ ਘੁਮਾ ਕੇ ਡੰਡੀ ਨਾਲ ਫਿੱਟ ਕਰਕੇ ਪੱਖੀ ਦਾ ਮੁੱਢਲਾ ਹਿੱਸਾ ਤਿਆਰ ਕਰ ਦਿੰਦਾ ਸੀ। ਉਸ ਤੋਂ ਮਗਰੋਂ ਕੁੜੀਆਂ ਤਾਰ ਦੀ ਗੁਲਾਈ ਤੇ ਡੰਡੀਆਂ ਵਿਚਕਾਰਲੀ ਥਾਂ ਨੂੰ ਰੰਗ ਬਰੰਗੇ ਧਾਗੇ ਨਾਲ ਬੁਣ ਕੇ ਫੁੱਲ ਬੂਟੇ ਚਿੜੀਆਂ ਬਣਾਉਣ ਵਾਸਤੇ ਆਪਣੇ ਅੰਦਰ ਸੰਭਾਲੀ ਹੋਈ ਕਲਾ ਨਾਲ ਉਸ ਨੂੰ ਪੂਰਾ ਕਰ ਦਿੰਦੀਆਂ। ਉਸ ਤੋਂ ਮਗਰੋਂ ਘੱਗਰੇ ਦੀ ਤਰਜ਼ ਤੇ ਸੁੰਦਰ ਕੱਪੜੇ ਦੀ ਝਾਲਰ ਸਿਲਾਈ ਮਸ਼ੀਨ ਨਾਲ ਬਣਾ ਕੇ ਲੋਹੇ ਦੀ ਤਾਰ ਉੱਪਰ ਸੂਈ ਦੀ ਮਦਦ ਨਾਲ ਸੀ ਕੇ ਪੱਖੀ ਤਿਆਰ ਕਰ ਦਿੰਦੀਆਂ ਹੁੰਦੀਆਂ ਸਨ। ਤਾਰ ਵਿਚਲੀ ਖਾਲੀ ਥਾਂ ਉੱਪਰ ਧਾਗੇ ਦੀ ਥਾਂ ਸੁੰਦਰ ਕੱਪੜੇ ਦਾ ਟੁਕੜਾ ਵੀ ਲਗਾਇਆ ਜਾ ਸਕਦਾ ਹੈ। ਪੱਖੀ ਵੀ ਚਰਖੇ ਤੇ ਫੁਲਕਾਰੀ ਵਾਂਗੂ ਲੋਕ ਗੀਤਾਂ ਦਾ ਸ਼ਿੰਗਾਰ ਬਣੀ ਹੋਈ ਹੈ, ਜਿਵੇਂ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਹੈਡਾ ਮੇਰਾ ਕਿਹੜਾ ਦਰਦੀ ਜੋ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ। ਜਦੋਂ ਹੱਥ ਵਿੱਚ ਫੜੀ ਹੋਈ ਪੱਖੀ ਨੂੰ ਝੱਲੀਦਾ ਹੈ ਤੇ ਘੁੰਮਣੀ ਰਾਹੀਂ ਘੁਮਾਈਦਾ ਹੈ ਤਦ ਉਸ ਦੇ ਅੱਗੇ ਵਾਲੀ ਹਵਾ ਝਾਲਰ ਦੀ ਮਦਦ ਨਾਲ ਬਾਹਰ ਨਿਕਲਦੀ ਹੈ। ਉਹ ਹਵਾ ਜਦੋਂ ਖੜੋਤੀ ਹਵਾ ਵੇਲੇ ਗਰਮੀ ਮਹਿਸੂਸ ਕਰਦੇ ਮਨੁੱਖੀ ਸਰੀਰ ਵਿੱਚ ਵੱਜਦੀ ਹੈ ਤਾਂ ਆਨੰਦ ਮਹਿਸੂਸ ਹੁੰਦਾ ਹੈ। ਇਸੇ ਕਾੜ ਤੋਂ ਸੇਧ ਲੈ ਕੇ ਬਿਜਲੀ ਨਾਲ ਚੱਲਣ ਵਾਲੇ ਪੱਖੇ ਹੋਂਦ ਵਿੱਚ ਆਏ ਹਨ। ਪੱਖੀ ਸੱਭਿਆਚਾਰ ਹੁਣ ਅਲੋਪ ਹੋ ਕੇ ਵਿਰਸੇ ਦਾ ਹਿੱਸਾ ਬਣ ਗਿਆ। ਵੱਡਾ ਪੱਖਾ। ਵੱਡਾ ਪੱਖਾ ਜਿਸ ਦੀ ਡੰਡੀ ਦੀ ਲੰਬਾਈ ਵੀ ਜ਼ਿਆਦਾ ਤੇ ਤਾਰ ਦਾ ਘੇਰਾ ਵੀ ਜ਼ਿਆਦਾ ਵੱਡਾ ਤੇ ਪੱਖੀ ਵਾਲੀ ਤਰਜ਼ ਦੀ ਝਾਲਰ ਵੀ ਲੰਬੀ ਹੁੰਦੀ ਹੈ, ਜੋ ਪੂਰੇ ਦਾ ਪੂਰਾ ਪੱਖੀ ਵਾਂਗੂ ਹੀ ਹੁੰਦਾ ਹੈ, ਪਰ ਆਕਾਰ ਪੱਖੋਂ ਵੱਡਾ ਹੋਣ ਕਰਕੇ ਇਸ ਨੂੰ ਇੱਕ ਮਨੁੱਖ ਖੜਾ ਹੋ ਕੇ ਕਿਸੇ ਸਭਾ ਯਾਨੀ ਇਕੱਠ, ਜਿਵੇਂ ਖੁਸ਼ੀ ਗਮੀ ਮੌਕੇ ਇਕੱਠੇ ਬੈਠੇ ਗੁਰਦੁਆਰਿਆਂ ਤੇ ਹੋਰ ਧਾਰਮਿਕ ਇਕੱਠਾਂ ਸਮੇਂ ਸਾਂਝੇ ਵੇਲਿਆਂ ਉੱਤੇ ਵਰਤਿਆ ਜਾਂਦਾ ਸੀ। ਇਹ ਆਕਾਰ ਪੱਖੋਂ ਵੀ ਵੱਡਾ ਹੋਣ ਕਰਕੇ ਇਸ ਦੀ ਹਵਾ ਵੀ ਜ਼ਿਆਦਾ ਹੁੰਦੀ ਸੀ। ਝਾਲਰ ਤੇ ਛੱਤ ਵਾਲਾ ਵੱਡਾ ਪਰਿਵਾਰਕ ਪੱਖਾ। ਇਹ ਵੱਡਾ ਪਰਿਵਾਰਕ ਪੱਖਾ ਉਸ ਕਮਰੇ ਵਿੱਚ ਲਗਾਇਆ ਜਾਂਦਾ ਸੀ ਜਿੱਥੇ ਪਰਿਵਾਰ ਸਾਂਝੇ ਰੂਪ ਵਿੱਚ ਕੁਝ ਸਮੇਂ ਵਾਸਤੇ ਬੈਠਦਾ ਜਾਂ ਆਰਾਮ ਕਰਦਾ ਹੁੰਦਾ ਸੀ। ਪੰਜਾਬ ਵਿੱਚ ਬਿਜਲੀ ਆਉਣ ਤੋਂ ਪਹਿਲਾਂ ਪੁਰਾਤਨ ਵੇਲੇ ਇਸ ਦਾ ਬੰਦੋਬਸਤ ਕਰਨ ਵਾਸਤੇ ਕਮਰੇ ਦੀ ਚੋਣ ਕਰਕੇ ਉਸ ਦੀ ਛੱਤ ਦੀਆਂ ਛਤੀਰੀਆਂ ਨਾਲ ਦੋ ਮਜ਼ਬੂਤ ਰੱਸੀਆਂ 4 ਫੁੱਟ ਦੀ ਦੂਰੀ 'ਤੇ ਬੰਨ੍ਹ ਕੇ ਉਹਨਾਂ ਦੋਵੇਂ ਰੱਸੀਆਂ ਦੇ ਨਾਲ ਜ਼ਮੀਨ ਤੋਂ 7-8 ਫੁੱਟ ਦੀ ਉਚਾਈ ਉੱਪਰ 6-7 ਫੁੱਟ ਦਾ ਲੰਬਾ ਡੰਡਾ ਜ਼ਮੀਨ ਅਤੇ ਛੱਤ ਦੇ ਸਮਾਨ ਅੰਤਰ ਬੰਨ੍ਹ ਕੇ ਬੰਦੋਬਸਤ ਕੀਤਾ ਜਾਂਦਾ ਹੁੰਦਾ ਸੀ, ਜਿਸ ਦੀ ਝਾਲਰ ਹੇਠਲੇ ਪਾਸੇ ਹੋਵੇ। ਤਦ ਉਸ ਬਣ ਚੁੱਕੇ ਪੱਖੇ ਦੇ ਡੰਡੇ ਵਿਚਕਾਰ ਇੱਕ ਹੋਰ ਲੰਬੀ ਰੱਸੀ ਨਾਲ ਉਸ ਨੂੰ ਖਿੱਚ ਕੇ ਫਿਰ ਢਿੱਲੀ ਕਰਕੇ ਬਣ ਚੁੱਕੇ ਪੱਖੇ ਨੂੰ ਇੱਧਰ ਉੱਧਰ ਹਿਲਾਇਆ ਜਾਂਦਾ, ਜਿਸ ਨਾਲ ਵਧੇਰੇ ਲੋਕਾਂ ਨੂੰ ਹਵਾ ਪ੍ਰਾਪਤ ਹੋ ਜਾਂਦੀ ਸੀ। ਇਸ ਪੱਖੀ ਦੀ ਰੱਸੀ ਖਿੱਚਣ ਤੇ ਢਿੱਲੀ ਕਰਨ ਦੀ ਸੇਵਾ ਸਿਰਫ ਇੱਕ ਮੈਂਬਰ ਕਰਦਾ ਹੁੰਦਾ ਸੀ ਤੇ ਬਾਕੀ ਸਾਰੇ ਪਰਿਵਾਰਕ ਮੈਂਬਰ ਆਰਾਮ ਕਰਦੇ ਹੁੰਦੇ ਸਨ। ਪੰਜਾਬ ਵਿੱਚ ਬਿਜਲੀ ਦਾ ਲਾਟੂ ਜਗਣ ਤੋਂ ਮਗਰੋਂ ਇਸ ਸਭ ਪੱਖੀਆਂ ਤੇ ਪੱਖਿਆਂ ਵਾਲਾ ਸੱਭਿਆਚਾਰ ਹੁਣ ਵਿਰਸੇ ਦਾ ਹਿੱਸਾ ਬਣ ਚੁੱਕਿਆ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਤੰਦੂਰ ਬਾਰੇ ਗੱਲ ਕਰਾਂਗੇ। ਕਿਵੇਂ ਬਣਦਾ ਸੀ, ਕਿਵੇਂ ਇਸ 'ਤੇ ਰੋਟੀ ਪੱਕਦੀ ਸੀ,
ਤੇ ਹੋਰ ਪਾਥੀਆਂ ਤੇ ਗਹੀਰਿਆਂ ਬਾਰੇ ਗੱਲ ਕਰਾਂਗੇ।